गुरु प्यारे खालसा जी, गुरु फतेह प्रवान करो। वाहिगुरु जी का खालसा, वाहिगुरु जी की फतेह। दसम ग्रंथ ਸਾਹਿਬ ਦਾ ਜੋ ਸਮਾਂ ਜੋ ਇਸ਼ੂ ਚੱਲ ਰਿਹਾ ਹੈ, ਉਸ ਇਸ਼ੂ ਦੇ ਬਾਰੇ ਬਹੁਤ ਸਾਰੇ ਨੌਜਵਾਨਾਂ ਦੇ ਬਹੁਤ ਸਾਰੇ ਸਵਾਲ ਆਏ ਨੇ ਔਰ ਮੈਂ ਜ਼ਰੂਰੀ ਸਮਝਦਾ ਕਿ ਨੌਜਵਾਨਾਂ ਦੇ ਵਿੱਚ ਇਸ ਗੱਲ ਦੀ ਜਾਗਰੂਕਤਾ ਪੈਦਾ ਹੋਵੇ ਕਿ ਦਸਮ ਗ੍ਰੰਥ ਕੀ ਹੈ। ਅਤੇ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਹੈ, ਤੁਸੀਂ ਵੀ ਹੈਰਾਨ ਹੋਵੋਗੇ ਕਿ 95% ਯੂਥ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਦਸਮ ਗ੍ਰੰਥ ਨਾਮ ਦਾ ਕੋਈ ਗ੍ਰੰਥ ਵੀ ਜਿਹੜਾ ਹੈ ਉਹ ਸਿੱਖਾਂ ਦੇ ਵਿੱਚ ਜਾਂ ਸਿੱਖ ਧਰਮ ਦੇ ਵਿੱਚ ਐਗਜ਼ਿਸਟ ਕਰਦਾ ਹੈ। ਸਾਡੇ ਵਾਸਤੇ ਬੜੀ ਅਲਾਰਮਿੰਗ ਸਿਚੁਏਸ਼ਨ ਹੈ। ਇਹ ਤਾਂ ਸਾਡਾ ਹਾਲ ਪ੍ਰਚਾਰ ਦੀ ਪੱਖੋਂ ਹੈ ਜਾਂ ਪ੍ਰਚਾਰ ਦ੍ਰਿਸ਼ਟੀਕੋਣ ਤੋਂ ਹੈ ਕਿ ਸਾਡੇ ਯੂਥ ਜਿਹੜੇ ਨੇ ਉਹ ਕਿਤਨੇ ਅਵੇਅਰ ਨੇ, ਕਿਤਨੇ ਜਾਗਰੂਕ ਨੇ ਆਪਣੇ ਇਤਿਹਾਸ ਦੇ ਬਾਰੇ, ਆਪਣੇ ਗੁਰੂਆਂ ਦੇ ਬਾਰੇ, ਆਪਣੇ ਪੰਥ ਦੇ ਬਾਰੇ, ਆਪਣੇ ਵੱਡੇ ਵਡੇਰਿਆਂ ਦੇ ਬਾਰੇ, ਕਿ ਉਹ ਇਸ ਦੀ ਜਾਣਕਾਰੀ ਦਾ ਉਹਨਾਂ ਨੂੰ ਗਿਆਨ ਹੋਵੇ ਜਾਂ ਪਤਾ ਹੋਵੇ। ਸੋ ਖੈਰ, ਇਹ ਜਿਹੜਾ ਦਸਮ ਗ੍ਰੰਥ ਦਾ ਇਸ਼ੂ ਹੈ, ਇਹ ਇੱਕ ਤਰ੍ਹਾਂ ਦਾ ਬੜਾ ਹੀ ਕੰਪਲੀਕੇਟਿਡ ਅਤੇ ਸੀਰੀਅਸ ਇਸ਼ੂ ਹੈ। ਸੋ ਬਹੁਤ ਸਾਰੇ ਪ੍ਰਸ਼ਨ ਆਏ ਨੇ, ਉਸ ਨੂੰ ਮੈਂ ਸਮਰਾਈਜ਼ ਕਰਕੇ ਆਪ ਜੀ ਦੀ ਸੇਵਾ 'ਚ ਰੱਖਣਾ ਚਾਹੁੰਦਾ। ਪਹਿਲੀ ਗੱਲ ਤਾਂ ਇਹ ਹੈ ਕਿ ਦਸਮ ਗ੍ਰੰਥ ਸਾਹਿਬ ਦਾ ਜਿਹੜਾ ਵਜੂਦ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੰਸਾਰ ਦੀ ਯਾਤਰਾ ਸੰਪੂਰਨ ਕਰਨ ਤੋਂ ਬਾਅਦ ਇਹ ਐਗਜ਼ਿਸਟੈਂਸ 'ਚ ਆਇਆ, ਵਜੂਦ ਵਿੱਚ ਆਇਆ। ਉਸ ਵੇਲੇ ਜਦੋਂ ਗੁਰੂ ਸਾਹਿਬ ਸਰੀਰਕ ਸਰੂਪ ਦੇ ਵਿੱਚ ਮੌਜੂਦ ਸਨ, ਉਦੋਂ ਦਸਮ ਗ੍ਰੰਥ ਸਾਹਿਬ ਦਾ ਕੋਈ ਕਿਸੇ ਵੀ ਤਰੀਕੇ ਦਾ ਅਸਤਿਤਵ ਜਿਹੜਾ ਹੈ ਉਹ ਨਹੀਂ ਸੀ। ਸੋ ਨੰਬਰ 1 ਤਾਂ ਇਸ਼ੂ ਇਹ ਹੈ ਕਿ ਇਹ ਗੁਰੂ ਸਾਹਿਬ ਨੇ ਆਪ ਉਚਾਰਨ ਕੀਤਾ ਹੈ ਜਾਂ ਆਪ ਉਹਨਾਂ ਦੇ ਵੇਲੇ ਦਾ ਬਣਿਆ, ਬਿਲਕੁਲ ਨਹੀਂ। ਇਹ 1708 ਈਸਵੀ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸੰਸਾਰ ਦੀ ਯਾਤਰਾ ਨੂੰ ਸੰਪੂਰਨ ਕਰਕੇ ਅਤੇ ਵਾਹਿਗੁਰੂ ਦੇ ਦੇਸ਼ ਜਦੋਂ ਪ੍ਰਸਥਾਨ ਕਰਨ ਲੱਗੇ, ਤਾਂ ਪੰਥ ਨੂੰ ਇਹ ਹੁਕਮ ਕੀਤਾ ਸਤਿਗੁਰਾਂ ਨੇ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਅਤੇ ਇੱਕ ਤਾਂ ਗੁਰੂ ਗ੍ਰੰਥ ਨੂੰ ਮਹਾਰਾਜ ਨੇ ਕਿਹਾ ਕਿ ਇਹ ਹੀ ਸਾਡੇ ਗੁਰੂ ਹੋਣਗੇ। ਦੇਹਧਾਰੀ ਗੁਰੂ ਦੀ ਪਰੰਪਰਾ ਜਿਹੜੀ ਹੈ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਮਾਪਤ ਹੋ ਗਈ ਸਦਾ ਵਾਸਤੇ। ਦੂਸਰਾ ਇਹ ਵਿਸ਼ਾ ਸੀ ਕਿ ਗੁਰੂ ਪੰਥ ਦੇ ਰੂਪ ਦੇ ਵਿੱਚ ਪੰਜ ਪਿਆਰੇ ਜਦੋਂ ਇਕੱਤਰ ਹੋ ਕੇ ਕਿਸੇ ਵੀ ਸਬਜੈਕਟ ਦੇ ਸੰਬੰਧ, ਕਿਸੇ ਵੀ ਇਸ਼ੂ ਦੇ ਸੰਬੰਧ ਕੋਈ ਫੈਸਲਾ ਲੈਣਗੇ, ਉਸ ਨੂੰ ਗੁਰੂ ਦੇ ਹੁਕਮ ਦੇ ਤੁੱਲ ਮੰਨ ਕੇ ਅਤੇ ਉਸ ਦੇ ਉੱਤੇ ਉਸ ਦਾ ਪਾਲਨ ਕਰਨਾ ਜਿਹੜਾ ਹੈ, ਇਹ ਹਰ ਗੁਰਸਿੱਖ ਦਾ ਫਰਜ਼ ਹੋਏਗਾ। ਤਾਂ ਦੋ ਸ਼ਕਤੀਆਂ ਸਤਿਗੁਰਾਂ ਨੇ ਬਖਸ਼ੀਆਂ, ਇੱਕ ਤਾਂ ਗੁਰੂ ਗ੍ਰੰਥ ਨੂੰ ਅਤੇ ਦੂਸਰੀ ਸ਼ਕਤੀ ਜਿਹੜੀ ਬਖਸ਼ੀ ਹੈ ਗੁਰੂ ਪੰਥ ਨੂੰ। ਐਂਡ ਤੁਸੀਂ ਹੈਰਾਨ ਹੋਵੋਗੇ ਕਿ ਚਮਕੌਰ ਦੀ ਗੜ੍ਹੀ ਦੇ ਵਿੱਚ ਜਦੋਂ ਖਾਲਸੇ ਪੰਥ ਨੂੰ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਹੁਕਮ ਕੀਤਾ ਸੀ, ਬਈ ਤੁਹਾਡੀ ਜਾਨ ਖਾਲਸੇ ਦੀ ਅਮਾਨਤ ਹੈ, ਇਹਨੂੰ ਕਿਤੇ ਜੋਸ਼ ਦੇ ਵਿੱਚ ਆ ਕੇ ਗਵਾ ਨਾ ਦੇਣਾ, ਅਤੇ ਇਸ ਚਮਕੌਰ ਦੀ ਗੜ੍ਹੀ 'ਚੋਂ ਨਿਕਲ ਜਾਓ ਅਤੇ ਆਪ ਜੀ ਫਿਰ ਵੇਲਾ ਪਾ ਕੇ ਫੌਜ ਤਿਆਰ ਕਰ ਲਓ ਅਤੇ ਫਿਰ ਦੁਸ਼ਮਣਾਂ ਦਾ ਮੁਕਾਬਲਾ ਕਰੋ। ਇਸ ਭੀੜਾ ਤੋਂ ਨਿਕਲਣ ਵਾਸਤੇ ਪੰਥ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜ੍ਹੀ ਛੱਡੀ ਹੈ ਅਤੇ ਇਹ ਸਾਰਾ ਇਤਿਹਾਸ ਤੁਹਾਨੂੰ ਪਤਾ ਹੀ ਹੈ। ਹੁਣ ਰਹੀ ਗੱਲ ਇਹ ਹੈ ਕਿ ਗੁਰੂ ਦਸਮ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਉਹ ਕਦੋਂ ਵਜੂਦ ਦੇ ਵਿੱਚ ਆਇਆ। ਇਸ ਬਾਬਤ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਜੋ ਮੈਨੂੰ ਸਮਝ ਆਈ ਹੈ ਕਿ ਇਹ ਇੱਕ ਐਸਾ ਬਰਨਿੰਗ ਇਸ਼ੂ ਹੋ ਗਿਆ ਪੰਥ ਦੇ ਵਾਸਤੇ ਇਸ ਵੇਲੇ ਕਿ ਜੇ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਕਹਿਣਾ ਕਿ ਇਸ ਨੂੰ ਡਿਸਕਸ਼ਨ ਦੇ ਵਿੱਚ ਲਿਆ ਕੇ ਐਂਡ ਇਸ ਦਾ ਕੋਈ ਠੋਸ ਅਗਰ ਹੱਲ ਨਾ ਲੱਭਿਆ ਗਿਆ, ਅਤੇ ਮੈਨੂੰ ਲੱਗਦਾ ਹੈ ਕਿ ਸਿੱਖ ਪੰਥ ਜਿਹੜਾ ਕਿਤੇ ਦੋ ਸਰੂਪਾਂ ਦੇ ਵਿੱਚ ਜਾਂ ਦੋ ਗਰੁੱਪਸ ਦੇ ਵਿੱਚ ਆਪਸ ਦੇ ਵਿੱਚ ਆਪਣੇ ਆਪ ਨੂੰ ਡਿਵਾਈਡ ਨਾ ਕਰ ਲੈ ਜਾਂ ਆਪਸ ਦੇ ਵਿੱਚ ਕਲੀਅਰ ਕੱਟ ਡਿਵੀਜ਼ਨ ਨਾ ਹੋ ਜਾਏ, ਜਿਸ ਤਰ੍ਹਾਂ ਕਿ ਮੁਸਲਮਾਨਾਂ ਦੇ ਵਿੱਚ ਸ਼ੀਆ ਅਤੇ ਸੁੰਨੀਆਂ ਦਾ ਹੁੰਦਾ ਹੈ। ਕਿਉਂਕਿ ਬਹੁਤ ਤਗੜਾ ਵੱਡਾ ਗਰੁੱਪ ਹੈ ਜਿਹੜਾ ਇਸ ਗੱਲ ਦੇ ਉੱਤੇ ਭਰੋਸਾ ਕਰਦਾ ਹੈ ਕਿ ਦਸਮ ਗ੍ਰੰਥ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਅਤੇ ਬਹੁਤ ਹੀ ਮਜ਼ਬੂਤ ਗਰੁੱਪ ਉਹ ਵੀ ਹੈ ਜਿਹੜਾ ਇਹ ਮੰਨ ਕੇ ਚੱਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਜਿਹੜੀ ਹੈ ਉਹ ਦਸਮ ਗ੍ਰੰਥ ਨਹੀਂ ਮੰਨੀ ਜਾ ਸਕਦੀ। ਹੁਣ ਆਓ ਇਹਨਾਂ ਗੱਲਾਂ ਦੇ ਵਿਚਾਰ ਕਰੀਏ ਕਿ ਜਿਹੜੇ ਇਸ ਗੱਲ ਦਾ ਸਮਰਥਨ ਕਰਦੇ ਹਨ ਉਹਨਾਂ ਦੇ ਕੀ ਪੁਆਇੰਟ ਆਫ ਵਿਊ ਹੈ, ਕੀ ਵਿਚਾਰਧਾਰਾ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਰਪਾਲ ਸਿੰਘ ਪੰਨੂ ਜੀ
ਉਹਨਾਂ ਦਾ ਇਹ ਗੱਲ ਕਹਿਣਾ ਹੈ ਕਿ ਅਗਰ ਦਸਮ ਗ੍ਰੰਥ ਸਾਹਿਬ ਨੂੰ ਅਸੀਂ ਆਊਟਰਾਈਟਲੀ ਡਿਨਾਈ ਕਰਨੇ ਆ ਕਿ ਇਹ ਸਾਡਾ ਗ੍ਰੰਥ ਨਹੀਂ ਹੈ, ਅਤੇ ਪ੍ਰਮੁੱਖ ਬਾਣੀਆਂ ਜਿਹੜੀਆਂ ਤਕਰੀਬਨ ਨਿਤਨੇਮ ਦੀਆਂ ਨੇ, ਜਾਪ ਸਾਹਿਬ ਹੈ, ਸਵਈਆ ਹੈ, ਜਿਹੜਾ ਕਿ ਰੋਜ਼ਾਨਾ ਗੁਰਸਿੱਖ ਨੂੰ ਆਪਣੇ ਨਿਤਨੇਮ ਦੇ ਵਿੱਚ ਪੜ੍ਹਨ ਦਾ ਹੁਕਮ ਹੈ, ਤਾਂ ਉਹ ਤਾਂ ਫਿਰ ਦਸਮ ਗ੍ਰੰਥ ਵਿੱਚ ਹੀ ਮਿਲਦੀਆਂ ਹਨ। ਇਸ ਕਰਕੇ ਉਹਨਾਂ ਦਾ ਕਹਿਣਾ ਇਹ ਹੈ ਕਿ ਦਸਮ ਗ੍ਰੰਥ ਜਿਹੜਾ ਹੈ ਉਹ ਮਤਲਬ ਇਹ ਹੈ ਕਿ ਇਹ ਗੁਰੂ ਪੰਥ ਦਾ ਇੱਕ ਹਿੱਸਾ ਹੈ। ਦੂਸਰੀ ਗੱਲ ਇਹ ਹੈ ਕਿ ਇਹ ਤਕਰੀਬਨ ਜਦੋਂ ਗੁਰੂ ਸਾਹਿਬ ਇਸ ਸੰਸਾਰ ਦੀ ਯਾਤਰਾ ਨੂੰ ਸੰਪੂਰਨ ਕਰਕੇ ਜਦੋਂ ਵਾਹਿਗੁਰੂ ਜੀ ਦੇ ਦੇਸ਼ ਚਲੇ ਗਏ, ਤਾਂ ਤਕਰੀਬਨ ਸਿੱਖਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਹਾਲਾਤ ਬੜੇ ਖਰਾਬ ਸਨ। ਪੂਰੀ ਹਕੂਮਤ ਦੇ ਨਾਲ ਸਿੱਖਾਂ ਦਾ ਇੱਕ ਸੰਘਰਸ਼ ਚੱਲ ਰਿਹਾ ਸੀ ਅਤੇ ਪੱਤਾ ਪੱਤਾ ਵੈਰੀ ਸੀ। ਚੱਪੇ ਚੱਪੇ 'ਤੇ ਦੁਸ਼ਮਣ ਜਿਹੜਾ ਸੀ ਉਹ ਸਿੱਖਾਂ ਨੂੰ ਦੇਖਣਾ ਨਹੀਂ ਸੀ ਚਾਹੁੰਦਾ। ਜਿੱਥੇ ਸਿੱਖ ਮਿਲਦਾ ਸੀ ਉੱਥੇ ਸਿੱਖਾਂ ਨੂੰ ਜਾਂ ਤਾਂ ਕਤਲ ਕਰਨ ਦਾ ਹੁਕਮ ਦਿੱਤਾ ਜਾਂਦਾ ਸੀ ਅਤੇ ਜਾਂ ਇਹਨਾਂ ਨੂੰ ਹਕੂਮਤ ਦੇ ਸਾਹਮਣੇ ਪੇਸ਼ ਕਰਨ ਦਾ ਆਦੇਸ਼ ਸੀ ਅਤੇ ਵੱਡੇ ਵੱਡੇ ਇਨਾਮ ਵੀ ਰੱਖੇ ਗਏ ਸਨ। ਉਸ ਸੰਘਰਸ਼ਮਈ ਯੁੱਗ ਦੇ ਵਿੱਚ ਵੀ, ਸਮੇਂ ਦੇ ਵਿੱਚ ਵੀ ਸਿੱਖਾਂ ਨੇ ਬੜੀ ਹੀ ਮਤਲਬ ਵੀਰਤਾ ਦੇ ਨਾਲ, ਸ਼ੂਰਵੀਰਤਾ ਦੇ ਨਾਲ ਅਤੇ ਬੜੇ ਸੰਜਮ ਦੇ ਨਾਲ, ਪਲੈਨਿੰਗ ਦੇ ਨਾਲ, ਸਟ੍ਰੈਟਜੀ ਦੇ ਨਾਲ ਮੁਗਲਾਂ ਦਾ ਮੁਕਾਬਲਾ ਜਦੋਂ ਲੋੜ ਪਈ ਉਹਨਾਂ ਨੇ ਕੀਤਾ ਹੈ ਅਤੇ ਇੱਕ ਨਵਾਂ ਇਤਿਹਾਸ ਉਸ ਵੇਲੇ ਰਚਿਆ ਹੈ। ਅਤੇ ਕੁਝ ਥੋੜ੍ਹਾ ਜਿਹਾ ਸੁਖਾਵਾਂ ਸਮਾਂ 1725 ਈਸਵੀ ਦੇ ਵਿੱਚ ਆਇਆ ਹੈ, ਜਦੋਂ ਭਾਈ ਮਨੀ ਸਿੰਘ ਜੀ ਜਿਹੜੇ ਹਨ ਉਹ ਉਸ ਦਰਬਾਰ ਸਾਹਿਬ ਦਾ ਪ੍ਰਬੰਧ ਉਹਨਾਂ ਨੂੰ ਸੌਂਪਿਆ ਗਿਆ। ਉੱਥੇ ਦੀ ਸੇਵਾ ਜਦੋਂ ਉਹਨਾਂ ਨੂੰ ਪੰਥ ਨੇ ਸੌਂਪੀ, ਅਤੇ ਪੰਥ ਦੇ ਪ੍ਰਮੁੱਖ ਜਿਹੜੇ ਕੁਝ ਸਾਡੇ ਪ੍ਰੋਮੀਨੈਂਟ ਲੀਡਰ ਕਹਿ ਲਓ ਜਾਂ ਪੰਥ ਦੇ ਆਗੂ ਕਹਿ ਲਓ, ਭਾਈ ਮਨੀ ਸਿੰਘ ਜੀ, ਇਹਨਾਂ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ 1725 ਦੇ ਵਿੱਚ ਕਿ ਦਸਮ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਉਸ ਦਾ ਸੰਕਲਨ ਇੱਕ ਜਗ੍ਹਾ ਇਕੱਠਾ ਕੀਤਾ ਜਾਏ ਅਤੇ ਥਾਂ ਥਾਈਂ ਇਹ ਸੰਦੇਸ਼ ਜਿਹੜੇ ਨੇ ਇਹਨਾਂ ਨੇ ਭੇਜੇ ਕਿ ਜਿੱਥੇ ਜਿੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਜਿਹੜੀ ਹੈ ਉਹ ਉਸ ਨੂੰ ਇਕੱਤਰ ਕਰਕੇ ਅਤੇ ਇੱਕ ਥਾਂ ਦੇ ਉੱਤੇ ਉਸ ਨੂੰ ਇਕੱਠਾ ਕੀਤਾ ਜਾਏ। ਇਸ ਕੰਮ ਨੂੰ ਹੌਲੀ ਹੌਲੀ ਸਾਰੀ ਬਾਣੀ ਇਕੱਠੀ ਕਰਕੇ ਅਤੇ ਮੁਕੰਮਲ ਕੀਤਾ ਗਿਆ ਅਤੇ ਤਕਰੀਬਨ 2 ਗ੍ਰੰਥ ਉਸ ਵੇਲੇ ਤਿਆਰ ਹੋਏ। ਇੱਕ ਤਾਂ ਇਹ ਸੀ ਜਿਸ ਦਾ ਨਾਮ ਸ੍ਰੀ ਬਚਿੱਤਰ ਨਾਟਕ ਗ੍ਰੰਥ ਕਹਿ ਲਓ, ਦੂਸਰਾ ਇਹ ਸੀ ਕਿ ਚਰਿਤ੍ਰੋਪਖਿਆਨ, ਅਤੇ ਇਹ 2 ਸੰਚੀਆਂ ਦੇ ਵਿੱਚ ਇੱਕ ਤਰ੍ਹਾਂ ਦਾ ਇਸ ਦਾ ਉਤਾਰਾ ਹੋਇਆ ਭਾਈ ਬਾਬਾ ਦੀਪ ਸਿੰਘ ਜੀ ਨੇ। ਇਹਨਾਂ ਫਿਰ ਦੋਨਾਂ ਸੰਚੀਆਂ ਦੇ ਬਹੁਤ ਸਾਰੇ ਉਤਾਰੇ ਵੀ ਬਾਅਦ ਦੇ ਵਿੱਚ ਕਰਾਏ ਸੀ। ਤੋ ਇੱਕ ਤਾਂ ਇਹ ਹੈ ਕਿ 1700 ਹੁਣ ਇਹ ਪੰਥ ਉਦੋਂ ਵੀ ਬੜੀ ਦੁਬਿਧਾ ਦੇ ਵਿੱਚ ਸੀ ਅਤੇ ਪੰਥ ਇਸ ਗੱਲ ਦੇ ਵਿੱਚ ਤਕਰੀਬਨ ਤਕਲੀਫ ਵਿੱਚ ਸੀ ਕਿ ਜਿਹੜੀ ਦਸਮ ਪਾਤਸ਼ਾਹ ਦੀ ਬਾਣੀ ਹੈ ਇਹ 2 ਹਿੱਸਿਆਂ ਦੇ ਵਿੱਚ ਕਿਉਂ ਹੈ। ਇਸ ਦੁਬਿਧਾ ਅਤੇ ਇਸ ਤਕਲੀਫ ਨੂੰ ਦੂਰ ਕਰਨ ਦੇ ਵਾਸਤੇ ਪੰਥ ਦੇ ਵਿੱਚ ਹਮੇਸ਼ਾ ਸੋਚ ਵਿਚਾਰ ਚੱਲ ਰਹੀ ਸੀ ਅਤੇ ਕਹਿੰਦੇ ਨੇ ਕਿ ਜਦੋਂ 1740 ਈਸਵੀ ਦੇ ਵਿੱਚ ਮੱਸਾ ਰੰਗੜ ਦਰਬਾਰ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ ਅਤੇ ਇਤਿਹਾਸ ਇਸ ਗੱਲ ਦਾ ਸਾਖੀ ਹੈ, ਤੁਸੀਂ ਸਾਰੇ ਜਾਣਦੇ ਹੋ ਕਿ ਉਦੋਂ ਫਿਰ ਬਹੁਤ ਸਾਰੀ ਬੇਅਦਬੀ ਜਿਹੜੀ ਹੈ ਦਰਬਾਰ ਸਾਹਿਬ ਦੇ ਵਿੱਚ, ਵੇਸ਼ਵਾਵਾਂ ਦਾ ਨਾਚ, ਹੋਰ ਬਹੁਤ ਤਰੀਕੇ ਦੇ ਬਦਫੈਲੀਆਂ ਜਿਹੜੀਆਂ ਸੀ ਉਦੋਂ ਜਿਹੜੀ ਕੀਤੀਆਂ ਜਾ ਰਹੀਆਂ ਸੀ, ਅਤੇ ਉਸ ਨੂੰ ਦਰਬਾਰ ਸਾਹਿਬ ਦੀ ਜਿਹੜੀ ਗਰਿਮਾ ਹੈ ਉਸ ਦਾ ਔਨਰ ਹੈ, ਦਰਬਾਰ ਸਾਹਿਬ ਦਾ ਜੋ ਇੱਕ ਮਜ਼ਬੂਤ ਧਾਰਮਿਕ ਵਿਰਸਾ ਹੈ ਉਸ ਨੂੰ ਬਚਾਉਣ ਦੀ ਖਾਤਰ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਜੀ, ਆਪ ਸਾਰਿਆਂ ਨੂੰ ਇਹ ਇਤਿਹਾਸ ਪਤਾ ਹੀ ਹੈ, ਬੜਾ ਫੇਮਸ ਇਤਿਹਾਸ ਹੈ ਸਿੱਖੀ ਦਾ। ਇਹਨਾਂ ਨੇ ਇਹ ਪ੍ਰਣ ਲਿਆ ਕਿ ਅਸੀਂ ਜਿਹੜੇ ਹਾਂ ਇਸ ਮੱਸਾ ਰੰਗੜ ਨੂੰ ਵੱਢਣਾ ਜਾਂ ਇਸ ਨੂੰ ਸੋਧਣਾ ਅਤੇ ਦਰਬਾਰ ਸਾਹਿਬ ਦੀ ਜਿਹੜੀ ਮੁੜ ਮਰਿਆਦਾ ਹੈ ਉਸ ਨੂੰ ਬਹਾਲ ਕਰਨਾ। ਮੈਂ ਤੁਹਾਨੂੰ ਅੱਗੇ ਬੇਨਤੀ ਕੀਤੀ ਕਿ ਸਿੱਖਾਂ ਦਾ ਜਿਹੜਾ ਇਤਿਹਾਸ ਹੈ ਬਹੁਤ ਸੰਘਰਸ਼ਮਈ ਰਿਹਾ ਅਤੇ ਇਸ ਸੰਘਰਸ਼ਮਈ ਇਤਿਹਾਸ ਦੇ ਵਿੱਚ ਵੀ ਉਹਨਾਂ ਨੇ ਕਈ ਐਸੇ ਕੰਮ ਕੀਤੇ ਨੇ ਜਿਹੜੇ ਕਿ ਸਿੱਖਾਂ ਦੀ ਜਾਂ ਗੁਰਸਿੱਖਾਂ ਦੀ ਪੰਥ ਦੀ ਚੜ੍ਹਦੀ ਕਲਾ ਅਤੇ ਬੁਲੰਦੀਆਂ ਨੂੰ ਪ੍ਰਮਾਣਿਤ ਕਰਦੇ ਨੇ। ਅਤੇ ਕਹਿੰਦੇ ਨੇ ਕਿ 1740 ਈਸਵੀ ਦੇ ਵਿੱਚ ਜਦੋਂ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਇਹ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ ਅਤੇ ਇਹ ਫੈਸਲਾ ਲੈ ਕੇ ਚੱਲੇ ਸਨ ਕਿ ਜਾਂ ਤਾਂ ਅਸੀਂ ਆਪਣੀਆਂ ਸ਼ਹੀਦੀਆਂ ਪ੍ਰਾਪਤ ਕਰਾਂਗੇ ਅਤੇ ਜਾਂ ਅਸੀਂ ਮੱਸੇ ਰੰਗੜ ਨੂੰ ਸੋਧ ਕੇ ਅਤੇ ਉਸ ਦਾ ਸਿਰ ਵੱਢ ਕੇ
ਅਸੀਂ ਪੰਥ ਦੇ ਸਾਹਮਣੇ ਪੇਸ਼ ਕਰਾਂਗੇ ਤਾਂ ਕਿ ਹਕੂਮਤ ਨੂੰ, ਮੁਗਲ ਹਕੂਮਤ ਨੂੰ ਇਹ ਪਤਾ ਚੱਲ ਸਕੇ ਕਿ ਸਿੱਖ ਜਿਹੜੇ ਨੇ ਉਹ ਜਿਉਂਦੇ ਹਨ, ਵਜੂਦ ਵਿੱਚ ਹਨ, ਚੜ੍ਹਦੀਆਂ ਕਲਾ ਵਿੱਚ ਹਨ। ਭਾਵੇਂ ਉਹਨਾਂ ਨੂੰ ਜੰਗਲਾਂ ਦੇ ਵਿੱਚ ਰਹਿਣਾ ਪੈ ਰਿਹਾ, ਭਾਵੇਂ ਪੱਤੇ ਰੁੱਖਾਂ ਦੇ ਖਾ ਕੇ ਗੁਜ਼ਾਰਾ ਕਰਨਾ ਪੈ ਰਿਹਾ, ਪਰ ਗੁਰੂ ਦੀ ਬਖਸ਼ੀ ਹੋਈ ਜਿਹੜੀ ਚੜ੍ਹਦੀ ਕਲਾ ਹੈ ਉਸ ਦੇ ਵਿੱਚ ਕੋਈ ਕਮੀ ਨਹੀਂ ਆਈ। ਤਾਂ ਕਹਿੰਦੇ ਨੇ ਕਿ ਬੁੱਢਾ ਗੜ੍ਹ ਤੋਂ ਜਾਂ ਬੁੱਢਾ ਜੋੜ ਉਸ ਸਥਾਨ ਤੋਂ ਜਦੋਂ ਇਹ ਚੱਲੇ ਅਤੇ ਉਸ ਸਥਾਨ ਤੋਂ ਚੱਲ ਕੇ ਜਦੋਂ ਇਹ ਦਮਦਮਾ ਸਾਹਿਬ ਹੁੰਦੇ ਹੋਏ ਦਰਬਾਰ ਸਾਹਿਬ ਪਹੁੰਚਣ ਦੇ ਲਈ ਤਿਆਰੀਆਂ ਕਰ ਰਹੇ ਸਨ, ਯਾਤਰਾ ਦੇ ਵਿੱਚ ਇਹਨਾਂ ਦਾ ਪੜਾਅ ਦਮਦਮਾ ਸਾਹਿਬ ਹੋਇਆ। ਅਤੇ ਦਮਦਮਾ ਸਾਹਿਬ ਵਿਖੇ ਉਹਦੇ ਪ੍ਰੋਮੀਨੈਂਟ ਜਿਹੜੇ ਸਾਡੇ ਪੰਥ ਦੇ ਲੀਡਰ ਸਨ, ਉਹਨਾਂ ਵਿੱਚ ਇਹੀ ਵਿਚਾਰ ਚੱਲ ਰਹੇ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਰਚਿਤ ਬਾਣੀ ਹੈ ਉਹ ਦੋ ਸਰੂਪਾਂ ਦੇ ਵਿੱਚ, ਦੋ ਸੰਚੀਆਂ ਦੇ ਵਿੱਚ ਹੈ, ਕਿਉਂ ਨਾ ਇਸ ਨੂੰ ਇੱਕ ਕਰ ਦਿੱਤਾ ਜਾਏ। ਅਤੇ ਉਦੋਂ ਫਿਰ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਇਹ ਇੱਕ ਆਪਣੀ ਤਰਫੋਂ ਪ੍ਰਪੋਜ਼ ਕੀਤਾ, ਵਿਚਾਰ ਰੱਖਿਆ। ਉਹਨੇ ਕਿਹਾ ਵੀ ਗੱਲ ਇਹ, ਉਹਨਾਂ ਨੇ ਕਿਹਾ ਵੀ ਗੱਲ ਇਹ ਹੈ, ਅਸੀਂ ਜਾ ਰਹੇ ਹਾਂ ਮੱਸਾ ਰੰਗਣ ਨੂੰ ਸੋਧਣ ਦੇ ਵਾਸਤੇ, ਇਸ ਚੀਜ਼ ਨੂੰ ਤੁਸੀਂ ਗੁਰੂ ਦੇ ਹੁਕਮ ਦੇ ਵਿੱਚ ਛੱਡ ਦਿਓ, ਅਤੇ ਜੇ ਤਾਂ ਅਸੀਂ ਉਸ ਨੂੰ ਸੋਧ ਕੇ ਅਤੇ ਉਸ ਦਾ ਸਿਰ ਕਲਮ ਕਰਕੇ ਪੰਥ ਦੇ ਵਿੱਚ ਆ ਕੇ ਮੁੜ ਜੁੜ ਗਏ, ਇਸ ਦਾ ਮਤਲਬ ਗੁਰੂ ਸਾਹਿਬ ਦਾ ਹੁਕਮ ਇਹ ਹੈ ਕਿ ਇਹਨਾਂ ਦੋਨਾਂ ਸੰਚੀਆਂ ਨੂੰ ਜੋੜ ਦਿਓ ਅਤੇ ਇਹਨਾਂ ਦੋਨਾਂ ਸੰਚੀਆਂ ਨੂੰ ਜੋੜ ਦਿੱਤਾ ਜਾਏ। ਅਤੇ ਜੇ ਅਸੀਂ ਸ਼ਹੀਦ ਹੋ ਗਏ ਤਾਂ ਇਹ ਸੰਚੀਆਂ ਜਿਹੜੀਆਂ ਹਨ ਇਹ ਅਲੱਗ-ਅਲੱਗ ਰਹਿਣ ਦਿੱਤੀਆਂ ਜਾਣ। ਇਸ ਵਿਚਾਰ ਨੂੰ ਮੰਨਿਆ ਗਿਆ ਅਤੇ ਬਾਕੀ ਦਾ ਇਤਿਹਾਸ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ। ਮੱਸਾ ਰੰਗੜ ਜੀ ਜਦੋਂ ਮੁੜ ਸਿਰ ਵੱਢ ਕੇ ਮੱਸੇ ਰੰਗੜ ਦਾ ਸੁੱਖਾ ਸਿੰਘ ਮਹਿਤਾਬ ਸਿੰਘ ਆਏ ਅਤੇ ਉਸ ਵੇਲੇ ਫਿਰ ਕੀ ਹੈ ਕਿ ਪੰਥ ਦੇ ਵਿੱਚ ਇਸ ਨੂੰ ਇਹ ਮੰਨ ਲਿਆ ਗਿਆ ਕਿ ਗੁਰੂ ਦਾ ਹੁਕਮ ਇੱਦਾਂ ਹੈ, ਇਸ ਕਰਕੇ ਇਹ ਜਿਹੜਾ ਇਸ ਨੂੰ ਦੋ ਸੰਚੀਆਂ ਨੂੰ ਇਕੱਤਰ ਕੀਤਾ ਜਾਏ ਅਤੇ ਦੋ ਸੰਚੀਆਂ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਅਤੇ ਇਸ ਦਾ ਨਾਮ ਰੱਖਿਆ ਗਿਆ ਦਸਮ ਗ੍ਰੰਥ ਸਾਹਿਬ ਜੀ। ਹੁਣ ਦੀ ਗੱਲ ਹੈ ਕਿ ਸਿੱਖ ਪੰਥ ਦੇ ਪ੍ਰਸਿੱਧ ਕਥਾਕਾਰ ਬਾਬਾ ਬੰਦਾ ਸਿੰਘ ਜੀ, ਇਹ ਉਹਨਾਂ ਦਾ ਕਹਿਣਾ ਇਹ ਹੈ ਕਿ ਗੁਰੂ ਦਸਮ ਗ੍ਰੰਥ ਨੂੰ ਨਾ ਮੰਨਣ ਵਾਲਿਆਂ ਦਾ ਤਰਕ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕੋਈ ਗ੍ਰੰਥ ਜਿਹੜਾ ਹੈ ਅਸੀਂ ਮੰਨਣ ਨੂੰ ਤਿਆਰ ਨਹੀਂ। ਉਹ ਇਹ ਨਹੀਂ ਕਹਿੰਦੇ, ਉਹ ਇਹ ਕਹਿੰਦੇ ਨੇ ਕਿ ਗੁਰੂ ਗ੍ਰੰਥ ਨੂੰ ਛੋੜ ਕੇ ਅਸੀਂ ਹੋਰ ਕਿਸੇ ਨੂੰ ਨਹੀਂ ਮੰਨਦੇ। ਇਸ ਦਾ ਮਤਲਬ ਇਹ ਹੈ ਕਿ ਪੰਥ ਦੇ ਜਿਹੜੇ ਹੋਰ ਗ੍ਰੰਥ ਹਨ, ਜਿਸ ਤਰ੍ਹਾਂ ਮਹਿਮਾ ਪ੍ਰਕਾਸ਼ ਹੈ, ਸੂਰਜ ਪ੍ਰਕਾਸ਼ ਹੈ, ਮਹਾਨ ਕੋਸ਼ ਹੈ ਜੀ, ਉਸ ਤੋਂ ਬਾਅਦ ਤੁਹਾਡਾ ਮਹਾਨ ਕੋਸ਼ ਤਾਂ ਜਨਮ ਸਾਖੀਆਂ ਨੇ ਗੁਰੂ ਸਾਹਿਬ ਦੀਆਂ, ਇਹ ਸਾਰੇ ਗ੍ਰੰਥਾਂ ਨੂੰ ਫਿਰ ਉਹ ਡਿਨਾਈ ਕਰਦੇ ਨੇ। ਅਤੇ ਇਸ ਦਾ ਮਤਲਬ ਇਹ ਹੈ ਕਿ ਪੰਥ ਦੇ ਵਿੱਚ ਫਿਰ ਰਹਿ ਕੀ ਜਾਂਦਾ ਹੈ। ਤੋ ਇਹ ਠੀਕ ਹੈ ਕਿ ਗੁਰੂ ਦਸਮ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਸ ਦੇ ਵਿੱਚ ਕੁਝ ਬਾਣੀਆਂ ਦੇ ਉੱਤੇ ਕੁਝ ਵਿਚਾਰ ਕਰਨ ਦੀ ਜ਼ਰੂਰਤ ਜਿਹੜੀ ਹੈ ਉਹ ਹੈ, ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਨੂੰ ਮੁਕੰਮਲ ਤੌਰ 'ਤੇ ਖੰਡਨ ਕਰ ਦਿੱਤਾ ਜਾਏ ਕਿ ਦਸਮ ਗ੍ਰੰਥ ਜਿਹੜਾ ਹੈ ਉਹ ਪੰਥ ਦਾ ਹਿੱਸਾ ਨਹੀਂ ਹੈ। ਅੱਜ ਮੈਂ ਆਪ ਜੀ ਦੇ ਸਾਹਮਣੇ ਵਿਚਾਰ ਰੱਖੇ ਹਨ, ਚੂँਕਿ ਵੀਡੀਓ ਲੰਬੀ ਹੋ ਰਹੀ ਹੈ, ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਿਆਂ ਹੋਇਆਂ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ ਗੁਰੂ ਦਸਮ ਗ੍ਰੰਥ ਜਿਹੜਾ ਹੈ ਉਹ ਵੀ ਗੁਰਸਿੱਖੀ ਦਾ ਅਤੇ ਪੰਥ ਦਾ ਇੱਕ ਪਾਰਟ ਹੈ, ਇੱਕ ਹਿੱਸਾ ਹੈ, ਅਤੇ ਇਸ ਨੂੰ ਵੀ ਸਿੱਖ ਪੰਥ ਦੇ ਮਹਾਨ ਗ੍ਰੰਥਾਂ ਦੇ ਵਿੱਚੋਂ ਇੱਕ ਗ੍ਰੰਥ ਜਿਹੜਾ ਹੈ ਉਹ ਮੰਨਿਆ ਜਾਏ। ਅਤੇ ਕਈਆਂ ਥਾਵਾਂ 'ਤੇ ਇਸ ਦਾ ਪ੍ਰਕਾਸ਼ ਵੀ ਹੁੰਦਾ ਹੈ, ਈਵਨ ਤਖਤਾਂ ਦੇ ਉੱਤੇ ਇਸ ਦਾ ਪ੍ਰਕਾਸ਼ ਹੁੰਦਾ ਹੈ। ਸੋ ਇਹ ਇਸ਼ੂ ਹੈ। ਹੁਣ ਅਗਲਾ ਜਿਹੜਾ ਵੀਡੀਓ ਉਸ ਦੇ ਵਿੱਚ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਇਹ ਗੱਲ ਰੱਖਾਂਗਾ, ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ ਨਹੀਂ 18ਵੀਂ ਸਦੀ ਦੇ ਵਿੱਚ ਨਹੀਂ 20ਵੀਂ ਸਦੀ ਦੇ ਵਿੱਚ ਜਿਹੜਾ ਹੈ ਉਹ ਦਸਮ ਗ੍ਰੰਥ ਸਾਹਿਬ ਜਿਹੜਾ ਵਜੂਦ ਵਿੱਚ ਆਇਆ, ਇਸ ਦਾ ਕੀ ਕਾਰਨ ਹੈ, ਅਤੇ ਜਿਹੜੇ ਲੋਕ ਇਸ ਦਾ ਵਿਰੋਧ ਕਰਦੇ ਨੇ ਉਹ ਆਪਣੇ ਕੀ ਤਰਕ ਦਿੰਦੇ ਨੇ, ਇਸ ਦੇ ਬਾਰੇ ਡਿਟੇਲ ਆਪ ਜੀ ਦੀ ਸੇਵਾ 'ਚ ਫਿਰ ਅਗਲੇ ਵੀਡੀਓ ਦੇ ਵਿੱਚ ਮੈਂ ਰੱਖਾਂਗਾ। ਅਤੇ ਉਸ ਤੋਂ ਬਾਅਦ ਇਹ ਦਸਮ ਗ੍ਰੰਥ ਦਾ ਕੰਟਰੋਵਰਸ਼ੀ ਅਧਿਆਇ ਜਿਹੜਾ ਹੈ ਉਹ ਸਮਾਪਤ ਮੰਨਿਆ ਜਾਏਗਾ। ਮੇਰਾ ਸਪੈਸ਼ਲ ਕੰਸਰਨ ਉਹਨਾਂ ਨੌਜਵਾਨਾਂ ਦੇ ਪ੍ਰਸ਼ਨਾਂ ਦੇ ਨਾਲ ਸੰਬੰਧਿਤ ਹੈ, ਕਿਉਂਕਿ ਮੈਨੂੰ ਬੜੀ ਪ੍ਰਸੰਨਤਾ ਹੁੰਦੀ ਹੈ ਜਦੋਂ ਨੌਜਵਾਨ ਕੋਈ ਸਵਾਲ ਕਰਦਾ ਹੈ, ਆਪਣੀ ਜਿਗਿਆਸਾ ਪ੍ਰਗਟ ਕਰਦਾ ਹੈ, ਆਪਣੀ ਤਮੰਨਾ, ਆਪਣੀ ਆਸ਼ਾ ਪ੍ਰਗਟ ਕਰਦਾ ਹੈ, ਦਸਮ ਗ੍ਰੰਥ ਸਾਹਿਬ ਦੇ ਬਾਰੇ ਜਾਣਨਾ ਚਾਹੁੰਦਾ ਹੈ, ਅਤੇ ਮੈਨੂੰ ਲੱਗਦਾ ਹੈ ਕਿ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਕਲੈਰਿਟੀ ਦੇ ਰੂਪ ਦੇ ਵਿੱਚ, ਸਾਫ਼ ਸੁਥਰੇ ਨਿਰਮਲ ਜਲ ਦੇ ਰੂਪ ਦੇ ਵਿੱਚ ਉਹਨਾਂ ਦੇ ਸਾਹਮਣੇ ਆਉਂਦੀ ਹੈ। ਸੋ ਅਗਲੀ ਵੀਡੀਓ ਦਾ ਆਪ ਇੰਤਜ਼ਾਰ ਕਰਨਾ, ਜਿਹੜੀ ਕਿ ਮੈਂ ਇਹ ਜਿਹੜੇ ਦਸਮ ਗ੍ਰੰਥ ਨੂੰ ਜਿਹੜੇ ਨਹੀਂ ਸਪੋਰਟ ਕਰਦੇ ਜਾਂ ਜਿਹੜੇ ਉਸ ਦੇ ਸਮਰਥਨ ਦੇ ਵਿੱਚ ਨਹੀਂ ਹਨ, ਖੰਡਨ ਦੇ ਵਿੱਚ ਹਨ, ਉਹਨਾਂ ਦਾ ਕੀ ਕਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।